ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ, ਸਾਨੂੰ ਤੁਹਾਨੂੰ ਸਭ ਨੂੰ ਸੇਵਾ ਦਾ ਸੁਭਾਗ ਸਮਾਂ ਬਖਸ਼ਿਆ ਹੈ। ਜੋ ਵੀ ਵੀਰ ਭਰਾ ਮੇਰੀਆਂ ਮਾਤਾਵਾਂ ਭੈਣਾਂ ਸਮੇਂ ਦਾ ਲਾਹਾ ਲੈਂਦੇ ਹੋਏ ਗੁਰੂ ਚਰਨਾਂ 'ਚ ਨਿਤਨੇਮ ਅਨੁਸਾਰ ਆਪ ਜੀ ਨੇ ਹਾਜ਼ਰੀਆਂ ਭਰਨਾ ਕੀਤੀਆਂ ਹਨ। ਦਾਤੇ ਦੀ ਕਿਰਪਾ ਦਾ ਸਦਕਾ ਸਾਧ ਸੰਗਤ ਜੀ ਅੰਮ੍ਰਿਤਮਈ ਗੁਰਬਾਣੀ ਪੜ੍ਹਨ ਦੇ, ਸੁਣਨ ਦੇ, ਕਥਾ ਵਿਚਾਰਾਂ ਕਰਨ ਦੇ, ਸੁਣਨ ਦੇ, ਸੇਵਾ ਕਰਨ ਦੇ ਸਮੇਂ ਮਿਲੇ ਆ। ਤੇ ਆਓ ਭਾਈ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ਿਸ਼ ਕਰਦੇ ਨੇ ਯਤਨ ਕਰੀਏ ਸਾਡੇ ਸਭ ਦੇ ਸਵਾਸ ਜਿਹੜੇ ਨੇ ਲੇਖੇ 'ਚ ਲੱਗ ਜਾਣ। ਸਿੱਖੀ ਕਮਾਉਣ ਦੀ ਹੈ, ਦਿਖਾਉਣ ਦੀ ਨਹੀਂ। ਬਾਣੀ ਪੜ੍ਹ ਕਰਕੇ, ਸੁਣਾ ਕਰਕੇ, ਸੁਣ ਕਰਕੇ ਕਮਾਉਣ ਦੀ ਹੈ, ਦਿਖਾਵਾ ਨਹੀਂ। ਤੇ ਆਓ ਲੜੀਵਾਰ ਕਥਾ ਦਾਤੇ ਦੀ ਕਿਰਪਾ ਦਾ ਸਦਕਾ ਮਿਲੀ ਹੈ। ਕੱਲ ਜੋ ਵਿਚਾਰੀ ਸੀ, ਜਿੰਨੀ ਵੀ ਪੈਦਾਇਸ਼, ਕਾਇਨਾਤ, ਕੁਦਰਤ, ਜੀਵ ਜੰਤੂ, ਰਾਜਸੀ ਤਾਮਸੀ ਸਾਤਕੀ ਜੋ ਵੀ ਨੇ, ਸਭ ਮਾਲਕ ਦਾ ਪਸਾਰ ਹੈ, ਉਹਨੇ ਪੈਦਾ ਕੀਤੇ ਨੇ। ਤੇ ਇਹ ਗਿਆਨ ਵੀ ਉਹ ਕਿਸੇ ਬਿਰਲੇ ਨੂੰ ਬਖਸ਼ਿਸ਼ ਕਰਦਾ। ਪ੍ਰਕਾਸ਼ ਜਿਹੜਾ
ਪਤਾ ਸਾਨੂੰ ਸਭ ਨੂੰ ਆ, ਸਾਜਣ ਵਾਲਾ ਇੱਕ ਮਾਲਕ ਹੈ ਸਭ ਨੂੰ, ਸਭ ਦੇ ਵਿੱਚ ਉਸੇ ਦਾ ਹੀ ਪ੍ਰਕਾਸ਼ ਹੈ, ਉਹੀ ਉਹ ਵਰਤ ਰਿਹਾ, ਉਹ ਪੁਰਖ ਹੈ, ਪੁਰੀ ਪੁਰੀ ਵਿਸ਼ੰਤਾ ਸਾ ਪੁਰਸ਼ਾ ਮਾਲਕ। ਐਸਾ ਗਿਆਨ ਕਿਸੇ ਕਿਸੇ ਨੂੰ ਪ੍ਰਤੀਤ ਹੁੰਦਾ ਹੈ। ਇਹ ਗਿਆਨ ਜਿਹੜਾ ਕਿਸੇ ਗਿਆਨਵਾਨ ਨੂੰ ਹੀ ਮਹਾਰਾਜ ਬਖਸ਼ਦੇ ਨੇ, ਭਾਵ ਕਿ ਇੱਕ ਨੇ ਭਾਂਡੇ ਸਾਜਿਆ, ਇੱਕ ਚਾਨਣ ਤਿਹ ਲੋਏ, ਤਿੰਨੇ ਲੋਕਾਂ 'ਚ ਉਸੇ ਦਾ ਪ੍ਰਕਾਸ਼ ਹੈ। ਤੇ ਮਹਾਰਾਜ ਕਹਿੰਦੇ ਆ ਜੀ, ਕਰਮ ਮਿਲੈ ਸੱਚ ਪਾਈਐ, ਤੁਰ ਬਖਸ਼ ਨਾ ਮੇਟੈ ਕੋਏ। ਜੇ ਕਹਿੰਦੇ ਚੰਗੇ ਕਰਮ ਕੀਤੇ ਹੋਣ ਤਾਂ ਸੱਚ ਸਰੂਪ ਪਰਮਾਤਮਾ ਜਿਹੜਾ ਹੈ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਪਰ ਇਹ ਜਿਹੜਾ ਨਾ ਇਹ ਅਹੁਦਾ, ਪਦਵੀ, ਅਵਸਥਾ ਆਦਿ ਤੋਂ ਹੀ ਧੁਰੋਂ ਹੀ ਪਰਮਾਤਮਾ ਦਾ ਗੁਰੂ ਸਾਹਿਬ ਜੀ ਸਰੂਪ ਨੇ, ਜਿਸ ਨੂੰ ਕਹਿੰਦੇ ਉਹ ਬਖਸ਼ਿਸ਼ ਦੇਣ, ਜੀਤੇ ਉਹ ਕਿਰਪਾ ਕਰਨ, ਉਹਨੂੰ ਨਾਮ ਦੀ ਦਾਤ ਮਿਲਦੀ ਆ। ਫਿਰ ਉਹਦੀ ਬਖਸ਼ ਨੂੰ, ਉਹਦੇ ਕਰਮ ਨੂੰ, ਉਹਦੀ ਮਿਹਰ ਨੂੰ ਕੋਈ ਮੇਟ ਨਹੀਂ ਸਕਦਾ, ਭਾਵ ਕਿ ਨਾਸ ਨਹੀਂ ਕਰ ਸਕਦਾ। ਦੁਸ਼ਟ ਸਾ ਸਭ ਸਕੇ ਨਾ ਕੋਈ, ਦਸ਼ਮੇਸ਼ ਵਿਤਾ ਕਹਿੰਦੇ ਨੇ। ਜਿਸ ਕੋ ਵੱਡਾ ਕਰੇ ਸੋਈ ਵੱਡ ਜਾਣੇ, ਭਾਵ ਕਿ ਕਰਤੇ ਹੱਥ ਵਡਿਆਈਆਂ ਜਾਂ ਪਾਵੈ ਤੇ ਦੇ, ਉਹਦੇ ਹੱਥ ਹੈ ਇਹ ਬਖਸ਼ਿਸ਼, ਇਹ ਕਰਮ। ਜਿਹੜਾ ਉਹਨੂੰ ਭਾ ਜਾਂਦਾ ਹੈ, ਮਾਲਕ ਉਹਨੂੰ ਇਹ ਕਿਰਪਾ ਕਰਦਾ ਹੈ। ਅਗਲੇ ਵਚਨ, ਸਾਧ ਮਿਲੈ ਸਾਧੂ ਜਨੈ, ਸੰਤੋਖ ਬਸੈ ਗੁਰ ਭਾਏ। ਕਹਿੰਦੇ ਸਾਧੂ ਕਹੀਏ ਸਾਧਨਾ ਕਰਨ ਵਾਲਾ ਜਗਿਆਸੂ, ਭਾਵ ਜੇ ਸਾਧੂ ਤੱਤ ਤੇ ਮਹਾਤਮਾ ਜਨਾਂ ਦੇ ਨਾਲ ਮਿਲ ਜਾਵੇ, ਉਹਦੇ ਅੰਦਰ ਸੰਤੋਖ, ਜਿੰਨੇ ਵੀ ਸ਼ੁਭ ਗੁਣ ਨੇ ਆ ਕਰਕੇ ਬਸ ਜਾਂਦੇ ਨੇ, ਤੇ ਗੁਨਾਹ ਕਰਕੇ ਸਤਿਗੁਰਾਂ ਦੇ ਕੋਲ ਉਹ ਜੁੜ ਜਾਂਦਾ, ਭਾਵ ਉਹ ਗੁਰੂ ਸਾਹਿਬ ਨੂੰ ਭਾ ਜਾਂਦਾ, ਭਾਵ ਚੰਗਾ ਲੱਗਦਾ। ਜੇ ਸਿੱਖ ਗੁਰੂ ਸਾਹਿਬ ਜੀ ਨੂੰ ਭਾ ਜਾਵੇ ਤਾਂ ਉਹਦੇ ਅੰਦਰ ਤ੍ਰਿਸ਼ਨਾ ਦੀ ਜਾਂ ਹੋਰ ਵਾਸ਼ਨਾਵਾਂ ਜਿਹੜੀਆਂ ਨੇ ਉਹ ਮਿਟ ਜਾਂਦੀਆਂ ਨੇ, ਉਹ ਭੁੱਖ ਜਿਹੜੀ ਹੈ ਮਿਟ ਜਾਂਦੀ ਹੈ। ਸਾਧ ਮਿਲੈ ਸਾਧੂ ਜਨੈ, ਸੰਤੋਖ ਵਸੈ ਮਨੈ ਗੁਰ ਭਾਏ। ਜਦੋਂ ਸੰਤੋਖ ਆ ਗਿਆ ਤਾਂ ਸਾਰੀਆਂ ਭੁੱਖਾਂ ਮਿਟ ਜਾਣਗੇ। ਸੰਤੋਖ ਨਹੀਂ ਗੁਰਮੁਖੋ, ਫਿਰ ਜਿੰਨਾ ਮਰਜੀ ਦੁਨੀਆ ਦਾ ਰਿਪੋਰਟ ਬੰਦਾ ਇਕੱਠਾ ਕਰ ਲਏ, ਭੁੱਖ ਨਹੀਂ ਮਿਟਣੀ। ਇੱਕ ਸਮਝਣ ਦਾ ਨੁਕਤਾ ਬਸ, ਜਿਹਨੇ ਸੁੱਖ ਲੈਣਾ ਹੈ ਉਹ ਅੱਧੀ ਰੋਟੀ ਦੀ ਖੁਸ਼ ਹੈ। ਇੱਕ ਟਾਈਮ ਦੀ ਮਿਲ ਗਈ, ਦੂਜੇ ਦਾ ਪਤਾ ਨਹੀਂ ਆਪੇ ਦਿਓ। ਜਦੋਂ ਬਾਪੂ ਤੋਂ ਸੁਣਾਂਗੇ ਗੱਲਾਂ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਦਰਾਖੇਗਾ ਸਿਰਜਣ ਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਆਪੇ ਦੋ। ਤੇ ਕਈਆਂ ਨੂੰ ਯਕੀਨ ਨਹੀਂ ਆ, 7 ਪੁਸ਼ਤਾਂ 21 ਪੁਸ਼ਤਾਂ ਵਿਹਲੀਆਂ ਬਹਿ ਕੇ ਖਾ ਲੈਣਗੇ, ਇਤਨਾ ਉਹਨਾਂ ਨੇ ਜਮਾ ਕੀਤਾ ਹੋਇਆ, ਉਹਨਾਂ ਨੂੰ ਵੀ ਚਿੰਤਾ ਹੈ। ਇੱਕ ਨੇ ਇੱਕ ਟਾਈਮ ਦੀ ਖਾਧੀ ਬਹੁਤ ਆ, ਅਗਲਾ ਟਾਈਮ ਆਊਗਾ ਆਪੇ ਦਿਓ। ਭਾਵ ਸੰਤੋਖ ਵਸੈ ਗੁਰ ਭਾਏ। ਜੇ ਗੁਰੂ ਜੀ ਨੂੰ ਸਿੱਖ ਭਾ ਜਾਏ ਤਾਂ ਉਹਦੀ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ, ਵਾਸ਼ਨਾਵਾਂ ਜਿਹੜੀਆਂ ਨੇ ਮਿਟ ਜਾਂਦੀਆਂ ਨੇ। ਤੇ ਮਹਾਰਾਜ ਕਹਿੰਦੇ ਆ ਜੀ, ਅਕਥ ਕਥਾ ਵਿਚਾਰੀ ਹੈ ਜੇ ਸਤਿਗੁਰ ਮਾਹੇ ਸਮਾਏ। ਜੇਕਰ ਕਹਿੰਦੇ ਗੁਰੂ ਸਾਹਿਬ ਜੀ ਦੀ ਆਗਿਆ ਕਹੀਏ, ਧਿਆਨ ਤੇ ਪਿਆਰ ਵਿੱਚ ਜਗਿਆਸੂ ਸਮਾ ਜਾਏ ਤਾਂ ਬ੍ਰਹਮ ਦੀ
ਇਕੱਠ ਭਾਵ ਕਥਨ ਤੋਂ ਰਹਿਤ ਸਰੂਪ ਲੱਖਣਾਂ ਵਾਲੀ ਕਥਾ ਜਿਹੜੀ ਆ, ਇਹ ਲੱਖਣਾਂ ਵਾਲੀ ਬਿਰਤੀ ਦੁਆਰਾ ਇਹ ਵਿਚਾਰ ਪ੍ਰਾਪਤ ਹੋ ਜਾਂਦੀ ਆ। ਸਰੂਪ ਲੱਖਣ ਜਿਹੜਾ ਹੈ ਮਾਲਕ ਦਾ, ਇਕੱਠ ਕਥਾ ਵਿਚਾਰੀ ਹੈ। ਬਾਹਰੋਂ ਵਿਚਾਰਨਾ ਕੁਛ ਹੋਰ ਹੈ, ਅੰਦਰੋਂ ਵਿਚਾਰਨਾ ਕੁਛ ਹੋਰ ਆ। ਜਦੋਂ ਤੁਰਾਂਗੇ ਉਹਦਾ ਆਨੰਦ ਹੈ ਵੱਖਰਾ। ਤੁਰਾਂਗੇ ਉਧਰ ਨੂੰ, ਬ੍ਰਹਮ ਦੇ ਰਾਹ ਵੱਲ ਨੂੰ, ਉਹਦਾ ਆਨੰਦ ਹੀ ਵੱਖਰਾ ਹੋ ਜਾਏਗਾ ਰੱਬ ਦੇ ਰਾਹ ਦਾ। ਤੇ ਮਹਾਰਾਜ ਕਹਿੰਦੇ ਆ ਜੀ, ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ। ਜੋ ਪੁਰਖ ਕਹਿੰਦੇ ਅੰਮ੍ਰਿਤ ਨਾਮ ਨੂੰ ਪੀ ਕੇ ਸੰਤੁਸ਼ਟ ਹੋ ਜਾਂਦਾ ਨਾ, ਭਾਵ ਜਿਹਦੀ ਰਸਾਂ ਕਸਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਆ, ਉਹ ਫਿਰ ਸੱਚੀ ਦਰਗਾਹ ਵਿੱਚ ਜਸ ਰੂਪੀ ਪੋਸ਼ਾਕ ਪਹਿਨ ਕੇ ਜਾਂਦਾ ਹੈ। ਉਹਨੂੰ ਭਗਤੀ ਰੂਪ ਸਿਰ ਪਾਉ ਪਹਿਨਾਇਆ ਜਾਂਦਾ ਹੈ। ਪੀ ਅੰਮ੍ਰਿਤ। ਬਾਣੋਂ ਪੜ੍ਹਨਾ ਸੁਣਨਾ ਸੁਣਾਉਣਾ ਕੁਛ ਹੋਰ ਹੈ, ਪੀਣਾ ਨਾਮ ਅੰਮ੍ਰਿਤ ਰਸ ਮਾਲਕ ਦਾ ਇਹ ਕੁਛ ਹੋਰ ਹੈ। ਆਨੰਦ ਆਉਣਾ ਬਾਣੀ ਪੜ੍ਹ ਕੇ, ਭੁੱਖ ਮਿਟਣੀ, ਪਿਆਸ ਬੁਝ ਜਾਣੀ, ਤ੍ਰਿਸ਼ਨਾ ਬੁਝ ਜਾਣੀ, ਬਾਸ਼ਨਾਵਾਂ ਟਿਕ ਜਾਣੀਆਂ, ਇਹ ਆਨੰਦ ਵੱਖਰਾ। ਵਧਣੀਆਂ ਇਹ ਕੁਛ ਹੋਰ ਹੈ। ਜਦੋਂ ਅਸੀਂ ਮਨ ਕਰਕੇ ਪੀਵਾਂਗੇ ਨਾ ਬਾਣੀ ਅੰਮ੍ਰਿਤ ਰਸ ਮਾਲਕ ਦਾ, ਉੱਥੇ ਸੰਤੋਖ ਆ ਜਾਏਗਾ, ਸੰਤੁਸ਼ਟੀ ਆ, ਸਕੂਨ ਹੈ ਜੀਵਨ ਦੇ ਵਿੱਚ। ਤੇ ਦਰਗਹਿ ਪੈਦਾ ਜਾਏ, ਦਰਗਾਹ ਦੇ ਵਿੱਚ ਉਹ ਇਹ ਜਸ ਰੂਪੀ ਪੋਸ਼ਾਕ ਜਿਹੜਾ ਬੰਦਾ ਪਹਿਨ ਕੇ ਜਾਂਦਾ ਹੈ। ਨਹੀਂ ਫਿਰ ਬਾਹਰੋਂ ਜਿੰਨਾ ਜੋ ਮਰਜ਼ੀ ਬੰਦਾ ਕਰਦਾ ਰਵੇ, ਕਿਉਂਕਿ ਸਾਡਾ ਸੁਭਾਅ ਪਤਾ ਕੀ ਹੈ ਦੁਨੀਆ ਦਾ, ਸੇਵਾ ਥੋੜੀ ਮੰਗਣ ਬਹੁਤਾ। ਸੇਵਾ ਤਾਂ ਥੋੜੀ ਆ, ਮੰਗਾਂ ਬੜੀਆਂ ਨੇ। ਮੰਗਾਂ ਦੇ ਦਿਨ ਰਾਤ ਬੰਦਾ ਪੁਲ ਬੰਨਦਾ ਰਹਿੰਦਾ, ਦਿਨ ਰਾਤ। ਐਨੀ ਉਮਰ ਨਹੀਂ ਜਿੰਨੀਆਂ ਮੰਗਾਂ ਨੇ, ਸੁੱਤੇ ਪਏ ਵੀ ਮੰਗਦੇ ਰਹਿੰਦੇ ਆ। ਦਰਗਾਹ ਵਿੱਚ ਜਿਹੜਾ ਪੋਸ਼ਾਕਾਂ ਮਿਲਣਾ ਨਾ, ਉਹ ਜੇ ਜਸ ਹੋਏਗਾ, ਸੰਤੋਖ ਹੋਏਗਾ, ਉਹਦੇ ਬਚਨ ਧਾਰਨ ਕਰ ਲਏ ਮਹਾਰਾਜ ਦੇ, ਉਹ ਅਵਸਥਾ ਹੀ ਵੱਖਰੀ ਆ। ਘਟ ਘਟ ਵਾਜੈ ਕਿਉਂਗਰੀ, ਅਨਦਿਨ ਸ਼ਬਦ ਸੁਭਾਏ। ਉਹ ਗੁਰਮੁਖ ਦੀ ਐਸੀ ਦ੍ਰਿਸ਼ਟੀ ਖੁੱਲ ਜਾਂਦੀ ਹੈ ਕਿ ਚਾਰੇ ਖਾਣੀਆਂ ਦੇ ਘਟ ਘਟ ਭਾਵ ਘਟਾਂ ਘਟਾਂ ਵਿੱਚ ਉਸ ਪਰਮਾਤਮਾ ਦੀ ਚੇਤਨ ਸਤਾ ਰੂਪੀ ਕਿੰਗਰੀ ਕਹੀਏ ਬੀਣਾ ਵੱਜ ਰਹੀ ਆ। ਉਸੇ ਦੇ ਹੀ ਆ ਜਿਤਨੀ ਵੀ ਕਾਇਨਾਤ, ਪਸ਼ੂ ਪੰਛੀ ਦਰਖਤ, ਉਸ ਮਾਲਕ ਦੇ ਹੀ ਗੀਤ ਗਾਉਂਦੇ ਨਜ਼ਰ ਆਉਣਗੇ ਤੁਹਾਨੂੰ। ਹਰ ਇੱਕ ਜੀਵ ਦੇ ਵਿੱਚੋਂ ਸੂਖਮ ਸਥੂਲ ਛੋਟੇ ਤੋਂ ਛੋਟੇ ਜੀਵ ਦੇ ਵਿੱਚ ਵੀ ਰੱਬ ਦਿਖਣ ਲੱਗ ਜੂ। ਉਸੇ ਦਾ ਵਸੇਬਾ ਪਤਾ ਲੱਗਣ ਲੱਗ ਜਾਂਦਾ। ਉਹ ਫਿਰ ਜੋ ਵੀ ਉਹਨਾਂ ਦੀ ਆਵਾਜ਼ ਹੁੰਦੀ ਹੈ, ਉਹਨਾਂ ਦੀ ਭਾਸ਼ਾ ਜਿਹੜੀ ਆ ਉਹ ਬੋਲਦੇ ਆ, ਜੋ ਵੀ ਉਹਨਾਂ ਦੇ ਮੂੰਹ ਚੋਂ ਆਵਾਜ਼ ਆਉਂਦੀ ਹੈ, ਉਹ ਉਸ ਮਾਲਕ ਦੀ ਹੀ ਬੀਣਾ ਹੈ। ਹੁਣ ਜਿਵੇਂ ਸਾਡੀ ਭਾਸ਼ਾ, ਅਸੀਂ ਇੱਕ ਦੂਜੇ ਦੀ ਭਾਸ਼ਾ ਬੋਲੀ ਸਮਝਦੇ ਆ ਇਨਸਾਨ, ਤੇ ਜਿਹੜੇ ਉਹ ਜੀਵ ਨੇ ਪਸ਼ੂ ਪੰਛੀ ਆ ਜੀ, ਉਹ ਆਪੋ ਆਪਣੇ ਜਿਹੜੇ ਨਾਲ ਦੇ ਆ ਉਹਨਾਂ ਦੀ ਭਾਸ਼ਾ ਸਮਝਦੇ ਆ। ਉਹ ਜਿਹੜਾ ਬੋਲਣਾ, ਉਹ ਜਿਹੜਾ ਬਾਜਾ ਵੱਜ ਰਿਹਾ, ਉਹ ਮੰਨੋ ਉਸ ਮਾਲਕ ਦੀ ਵੀਣਾ ਜਿਹੜੀ ਆ ਵੱਜ ਰਹੀ ਆ। ਜੇ ਮੈਨੂੰ ਆ ਬੋਲਣ ਦਾ ਸਮਾਂ ਮਾਲਕ ਨੇ ਬਖਸ਼ਿਸ਼ ਕੀਤਾ ਹੈ, ਉਹ ਦੂਜੇ ਨੂੰ ਵੀ ਦਿੱਤਾ ਹੈ। ਸਭ ਦੇ ਵਿੱਚ ਇੱਕ ਦੀ ਹੀ ਆ ਵੀਣਾ ਵੱਜ ਰਹੀ ਆ। ਅਨਹਦ ਸ਼ਬਦ ਰੂਪੀ ਵੀਣਾ ਵੱਜ ਰਹੀ ਆ। ਅਨਹਦ ਘਾਟੀ ਬੜੀ ਔਖੀ ਆ ਪ੍ਰਾਪਤ ਕਰਨੀ।
ਜਦੋਂ ਤੁਰਾਂਗੇ ਨਾ ਜੀ ਫਿਰ ਪਾਉਣੀ ਕੋਈ ਔਖੀ ਵੀ ਨਹੀਂ। ਜੇ ਤੁਰੇ ਹੀ ਨਾ ਆਪਾਂ ਨੂੰ ਕੀ ਲੈਣਾ। ਗੱਲ ਤੁਰਨ ਦੀ ਆ। ਇਹ ਅਨਹਦ ਸ਼ਬਦ ਰੂਪੀ ਵੀਣਾ ਵੱਜਦੀ ਆ, ਜਿਹੜੀ ਚੇਤਨ ਸਤਾ ਰੂਪ ਘਟ ਘਟ ਕੇ ਇਹ ਸਰੀਰਾਂ ਦੇ ਵਿੱਚ ਕਿੰਗਰੀ ਵੱਜ ਰਹੀ ਆ ਨਾ ਜੀ। ਭਾਵ ਕੇ ਜਿਨ ਕੰਨ ਕੀਤੇ ਅੱਖੀ, ਨਾਕ ਜਿਨ ਜਿਹਵਾ ਦਿੱਤੀ, ਬੋਲੇ ਤਾਤ। ਜਿਨ ਮਨ ਰਾਖੇ ਆਗਣੀ ਪਾਏ, ਬਾਜੈ ਪਵਨ ਆਖੈ ਸਭ ਜਾਏ। ਆ ਸਾਡਾ ਬੋਲਣਾ ਸੁਣਨਾ, ਇਹ ਪਰਮਾਤਮਾ ਦੀ ਵੀਣਾ ਵੱਜ ਰਹੀ ਆ। ਜਿਸ ਦਿਨ ਉਹ ਸਾਡੇ ਅੰਦਰੋਂ ਵੱਜਣੋਂ ਹਟ ਜਾਂਦਾ ਨਾ, ਉਹਦੀ ਵੀਣਾ ਜਿਹੜੀ ਆ, ਬੰਦਾ ਮਿੱਟੀ ਦੀ ਢੇਰੀ ਆ। ਮਿੱਟੀ ਦੀ ਢੇਰੀ ਆ, ਬੰਦੇ ਨੇ ਚੱਲਣੀ ਨਹੀਂ, ਬੋਲਣੀ ਨਹੀਂ, ਨਾ ਸੁਣਨਾ। ਜਿਸ ਦਿਨ ਮੁਰਦਾ ਹੋ ਗਿਆ ਉਸ ਦਿਨ ਖਤਮ ਕਹਾਣੀ। ਉਹ ਵੱਜ ਰਿਹਾ, ਕੋਈ ਅੰਦਰ ਸਾਨੂੰ ਵਜਾ ਰਿਹਾ, ਚਲਾ ਰਿਹਾ, ਕੋਈ ਬੁਲਾ ਰਿਹਾ। ਇਹ ਗਿਆਨਵਾਨ ਪੁਰਸ਼ਾਂ ਦੀ ਵਿਚਾਰ ਅਨੁਸਾਰ ਹੈ। ਤੇ ਜਿਹਨੇ ਮੰਨਣੇ ਨਹੀਂ, ਮਰ ਜੀ ਅਗਲੇ ਦੀ। ਮਹਾਰਾਜ ਕਹਿੰਦੇ ਇਹ ਚੇਤਨ ਸਤਾ ਮਾਲਕ ਦੀ ਸਭ ਦੇ ਵਿੱਚ ਵੱਜ ਰਹੀ ਹੈ। ਉਹ ਅਜਪਾ ਜਾਪ ਰੂਪ ਹੋ ਕਰਕੇ ਪ੍ਰਗਟ ਹੋ ਜਾਂਦੀ ਆ। ਜੋ ਅਨ ਦਿਨ ਕਹੀਏ ਦਿਨ ਰਾਤ, ਸੁਭਾਵਿਕ ਹੀ ਸ਼ਬਦ ਦੀ ਕਮਾਈ ਕਰਦਾ ਨਾ ਬੰਦਾ। ਰਾਤ ਦਿਨੇ ਗੁਰਾਂ ਦੇ ਸ਼ਬਦ ਉਪਦੇਸ਼ ਦੇ ਵਿੱਚ ਸੋ ਭਾਏ ਕਹੀਏ ਸੋ ਸ੍ਰੇਸ਼ਟ, ਭਾਏ ਕਹੀਏ ਪ੍ਰੇਮ ਕਰਦਾ। ਗੁਰੂ ਦੇ ਸ਼ਬਦ ਦੇ ਨਾਲ ਪਿਆਰ ਪੈਣਾ ਇੰਨਾ ਸੌਖਾ ਨਹੀਂ ਆ। ਗੁਰਮੁਖ ਹੋਏ ਸੋ ਭਾਣਾ ਮੰਨੈ, ਸਹਿਜੇ ਹਰ ਰਸ ਪੀਜੈ। ਉਹਦਾ ਹਰੀ ਦਾ ਅੰਮ੍ਰਿਤ ਨਾਮ ਰਸ ਜਿਹੜਾ ਹੈ, ਉਹ ਗੁਰੂ ਦੀ ਰਜਾ ਚ, ਰੱਬ ਦੀ ਰਜਾ ਚ ਰਹਿ ਕੇ ਉਹ ਸਹਿਜੇ ਸਹਿਜੇ ਉਹ ਮਾਲਕ ਦੇ ਨਾਮ ਰਸ ਨੂੰ ਪੀਂਦਾ ਹੈ। ਉਹਦਾ ਪ੍ਰੇਮ ਰਸ ਅੰਦਰ ਉਹ ਗ੍ਰਹਿਣ ਕਰਨ ਲੱਗ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਆ, ਬਿਰਲੇ ਕੋ ਸੋਝੀ ਪਈ, ਗੁਰਮੁਖ ਮਨ ਸਮਝਾਏ। ਪਰ ਕਿਸੇ ਬਿਰਲੇ ਨੂੰ ਹੀ ਇਸ ਪ੍ਰਕਾਰ ਦੀ ਸੂਝ ਜਿਹੜੀ ਆ, ਸਮਝ ਜਿਹੜੀ ਆ ਪ੍ਰਾਪਤ ਹੁੰਦੀ ਹੈ, ਹਰੇਕ ਨੂੰ ਨਹੀਂ। ਜਿਸ ਗੁਰਮੁਖ ਨੇ ਆਪਣਾ ਮਨ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਸਮਝਾ ਲਿਆ ਨਾ, ਜਿਹਨੇ ਗੁਰੂ ਦੀ ਗੱਲ ਕੰਨ ਲਾ ਕੇ ਸੁਣ ਲਈ, ਗੁਰੂ ਦੀ ਗੱਲ ਕੰਨ ਲਾ ਕੇ ਸੁਣ ਲਈ, ਮੰਨ ਲਈ, ਅਪਣਾ ਲਈ, ਜੀਵਨ ਵਿੱਚ ਲਾਗੂ ਕਰ ਲਈ, ਉਹਨੂੰ ਹੀ ਇਹ ਸਮਝ ਜਿਹੜੀ ਆ, ਸੋਝੀ ਜਿਹੜੀ ਆ ਪ੍ਰਾਪਤ ਹੋਏਗੀ। ਬਹੁਤ ਵਾਰ ਵਿਚਾਰ ਕੀਤੀ ਆਪਾਂ ਕਿ ਮਨ ਕਰਕੇ, ਕਰਮਾਂ ਕਰਕੇ, ਬਚਨਾਂ ਕਰਕੇ ਜਦੋਂ ਬੰਦਾ ਸੁੱਧ ਸਰੂਪ ਬਣ ਜਾਂਦਾ ਨਾ, ਸਿੱਧਾ ਚੱਲਦਾ, ਮਨ ਚੋਂ ਮਾੜੇ ਖਿਆਲਾਤ ਨਿਕਲ ਗਏ, ਮਾੜੀਆਂ ਬਿਰਤੀਆਂ, ਆ ਹੱਥਾਂ ਤੋਂ ਮਾੜਾ ਕਰਨਾ ਹਟ ਗਿਆ ਬੰਦਾ, ਆ ਜ਼ੁਬਾਨ ਤੋਂ ਕੌੜਾ ਬੋਲਣਾ ਹਟ ਗਿਆ। ਇਹ ਸਮਝ ਲਓ ਕਿ ਰੱਬ ਦੀ ਬੰਦਗੀ ਸ਼ੁਰੂ ਹੋ ਗਈ। ਸਾਨੂੰ ਤਰਸ ਆਉਣ ਲੱਗ ਗਿਆ। ਬੇਸ਼ੱਕ ਕੋਈ ਲੱਖ ਮਾੜਾ ਕਰਦਾ ਕਰੀ ਜਾਣ ਦੇ, ਆਪਣੇ ਕਰਮ ਆਪਾਂ ਨੇ ਕੀ ਲੈਣਾ, ਉਹ ਆਪੇ ਸਮਝੂਗਾ। ਭਾਵ ਕਿ ਅਵਸਥਾ ਬਣ ਜਾਂਦੀ ਆ। ਇਹ ਸਮਝ ਜਿਹੜੀ ਆ ਕਿਸੇ ਬਿਰਲੇ ਨੂੰ ਹੀ ਪੈਂਦੀ ਹੈ, ਸਮਝ, ਸੂਝ, ਅਕਲ। ਫਿਰ ਗੁਰਮੁਖ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਸਮਝਾ ਲੈਂਦਾ ਹੈ, ਜੋੜ ਲੈਂਦਾ ਹੈ ਕਿ ਗੁਰੂ ਦੀ ਬਾਣੀ ਤੋਂ ਬਿਨਾਂ ਨਾਲ ਜਾਣ ਵਾਲਾ ਕੁਛ ਨਹੀਂ ਆ। ਲਾਸਟ ਪੰਕਤੀ ਮਹਾਰਾਜ ਕਹਿੰਦੇ ਆ, ਨਾਨਕ ਨਾਮ ਨਾ ਵਿਸਰੈ, ਛੁਟੈ ਸ਼ਬਦ ਕਮਾਏ। ਕਿ ਭਾਈ ਗੁਰਮੁਖ ਨੂੰ ਇੱਕ ਪਲ ਵੀ ਨਾਮ ਨਹੀਂ ਭੁੱਲਦਾ, ਕਿਉਂਕਿ ਉਹ ਸ਼ਬਦ ਦੀ ਕਮਾਈ ਕਰਕੇ ਮੁਕਤ ਹੋ ਜਾਂਦਾ। ਜਿਸ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ, ਉਹ ਮੁਕਤ ਹੋ ਜੂ। ਉਹਨੂੰ ਇੱਕ ਪਲ ਦੇ ਲਈ ਵੀ, ਛਿਨ ਮਾਤਰ ਵੀ ਰੱਬ ਦਾ ਨਾਮ ਨਹੀਂ ਭੁੱਲਦਾ। ਇਹ ਹਰ ਇੱਕ ਸਾਹ ਦੇ ਨਾਲ ਰੱਬ ਦਾ ਸਿਮਰਨ, ਨਾ ਭੁੱਲਣਾ ਕੀ ਆ। ਆ ਜਿਹੜੀ ਬਿਰਤੀ ਅਵਸਥਾ ਅਸੀਂ ਹੁਣ ਬਣਾ ਕੇ ਬੈਠੇ ਆ ਨਾ, ਰੋਜ਼ ਬਹਿਨੇ ਆ, ਮੈਂ ਵੀ ਵਿੱਚ ਆ, ਲੱਗਦਾ ਗੁਰੂ ਪ੍ਰਮਾਤਮਾ ਮੈਨੂੰ ਵੇਖ ਰਿਹਾ, ਆਪਣੇ ਦਰ ਤੇ ਆਇਆ ਨੂੰ, ਤਾਂ ਹੀ ਇੱਥੇ ਅਸੀਂ ਹੱਥ ਬੰਨ੍ਹ ਕੇ ਖੜੇ ਹੁੰਨੇ ਆ, ਨਮਸਕਾਰ ਕਰਦੇ ਆ, ਟਿਕ ਕੇ ਸੁਣਦੇ ਆ, ਗੁਰੂ ਦੇ ਚਰਨਾਂ ਚ ਆਏ ਆ ਜੀ, ਰੱਬ ਦਾ ਦਰ ਹੈ। ਠੀਕ ਹੈ,
ਇਹੀਓ ਅਵਸਥਾ ਨਾ ਬੰਦੇ ਦੀ ਦਿਨ ਵਿੱਚ ਵੀ ਬਣੀ ਰਵੇ। ਹੁਣ ਉਰੇ ਥੋੜ੍ਹੀ ਅਸੀਂ ਗੰਦਮੰਦ ਬੋਲਾਂਗੇ ਕਿ ਬੋਲਾਂਗੇ, ਉਰੇ ਥੋੜ੍ਹੀ ਗੰਦਮੰਦ ਵੇਖਾਂਗੇ, ਜਾਂ ਇੱਥੇ ਥੋੜ੍ਹੀ ਮਾਰਾ ਦੇ ਆਲੇ ਦੁਆਲੇ ਖੜ ਕਰਕੇ ਨਿੰਦਿਆ ਚੁਗਲੀ ਮਾੜੇ ਵਚਨ ਕੌੜੇ ਥੋੜ੍ਹੀ ਬੋਲਾਂਗੇ। ਕਿਉਂ? ਗੁਰੂ ਸਾਹਿਬ ਪ੍ਰਤੱਖ ਨੇ, ਪਰਮਾਤਮਾ ਵੇਂਹਦਾ ਸਾਡੀ ਧਾਰਨਾ ਅੰਦਰ ਦੀ ਵੀ ਹਾਂ। ਤੇ ਇਹ ਜਿਹੜੀ ਧਾਰਨਾ ਬਣੀ ਵੀ ਆ ਨਾ, ਇਹੀਓ ਸਾਰਾ ਦਿਨ ਜ਼ਿੰਦਗੀ 'ਚ ਦਿਨ ਰਾਤ ਬਣੀ ਰਵੇ। ਇੱਕ ਭਲ ਵੀ ਘਰੇ ਜਾ ਕੇ ਨਾ ਜਾਂ ਰਾਹ ਦੇ ਵਿੱਚ ਵੀ ਐਦਾਂ ਦਾ ਨਾ ਹੋਵੇ ਕਿ ਹੁਣ ਤਾਂ ਗੁਰੂ ਘਰੋਂ ਬਾਹਰ ਆ ਗਏ, ਸ਼ੁਰੂ ਹੋ ਗਿਆ ਕੰਮ। ਗੁਰਮੁਖੋ ਸਮਝ ਲਓ ਵੀ ਧਰਮ ਤੋਂ ਬਹੁਤ ਦੂਰ ਫਿਰਦੇ ਆ, ਬੜੀ ਦੂਰੀ ਆ। ਜਿਹੜਾ ਇੱਥੇ ਆ ਕੇ ਅਸੀਂ ਸੁੱਖ ਮਹਿਸੂਸ ਕਰਨੇ ਆ, ਅਵਸਥਾ ਬਣੀ ਬਹਿ ਕੇ ਵੀ ਹਾਂ ਮੈਂ ਗੁਰੂ ਚਰਨਾਂ 'ਚ ਆਇਆ, ਇਹੀਓ ਅਵਸਥਾ ਦਿਨ ਰਾਤ ਬਣੀ ਰਵੇ। ਘਰੇ ਜਾ ਕੇ ਵੀ, ਰਸਤੇ ਦੇ ਵਿੱਚ ਵੀ, ਖੇਤਾਂ ਜਦੋਂ ਨੱਕੇ ਮੋੜਦੇ ਆ, ਕੰਮ ਧੰਦੇ ਕਰਦੇ ਆ, ਉਦੋਂ ਵੀ ਇਹ ਅਵਸਥਾ ਬਣੀ ਰਵੇ। ਇਹ ਨਾ ਹੋਵੇ ਕਿ ਗੁਰੂ ਦੀ ਗੱਲ ਸੁਣੀ, ਇੱਥੇ ਹੁਣ ਕਈ ਦਫਾ ਸੁਣਦੀ ਭੁੱਲ ਜਾਂਦੇ ਆ ਵੀ ਹੁਣ ਲੈ ਜੇ ਪੁੱਛੇ ਵੀ ਅੱਜ ਵਿਚਾਰ ਕੀ ਹੋਈ ਆ, ਕਥਾ ਕਾਹਦੀ ਸੀਗੀ, ਪਤਾ ਨਹੀਂ, ਦੱਸ ਵੀ ਦੇਵੇ ਕੋਈ, ਠੀਕ ਹੈ, ਗੇਟੋਂ ਬਾਹਰ ਹੋਏ ਨਿਕਲ ਜੂ ਸਾਰਾ ਕੁਛ ਦਿਮਾਗ ਚੋਂ, ਠੀਕ ਹੈ, ਸੁਣ ਰਿਹਾ, ਆਨੰਦ ਆ ਰਿਹਾ। ਕਾਰਨ ਕੀ ਆ? ਦੋਸ਼ ਨਹੀਂ ਸਾਡਾ, ਕਾਲਜੁਗ ਚੜਿਆ ਹੋਇਆ ਮਨ ਗਲਤ ਚੀਜ਼ਾਂ ਨੂੰ ਛੇਤੀ ਐਕਸੈਪਟ ਕਰਦਾ, ਛੇਤੀ ਉਹਨਾਂ ਦੀ ਪਕੜ ਕਰਦਾ। ਕਾਰਨ ਕੀ ਹੈ? ਸਾਡਾ ਮਨ ਭਰਿਆ ਪਿਆ। ਪਹਿਲੀ ਜਿਸ ਦਿਨ ਉਹ ਅੰਦਰ ਦੇ ਫੁਰਨੇ ਗਲਤ ਵਿਚਾਰਾਂ ਜਿਹੜੀਆਂ ਨੇ ਜਦੋਂ ਭੁੱਲ ਗਏ ਨਾ, ਉਹਨੂੰ ਛੱਡ ਦਿੱਤਾ ਗੁਰਮੁਖੋ, ਉਧਰ ਦੀ ਪ੍ਰੀਤ ਛੁੱਟ ਗਈ, ਛੱਡ ਦਿੱਤੀ, ਉਸ ਦਿਨ ਗੁਰੂ ਦਾ ਸ਼ਬਦ ਅੰਦਰ ਵਸਣਾ ਸ਼ੁਰੂ ਹੋ ਜੂ। ਫਿਰ ਕੱਲਾ ਕੱਲਾ ਵਚਨ ਚੇਤੇ ਰਹੂਗਾ, ਸਮਝ ਆਉਂਦੀ ਜਾਏਗੀ ਕਿ ਅੱਜ ਆਹ ਸੁਣਿਆ ਸੀ, ਮੈਂ ਆਹ ਨਹੀਂ ਕਰਨਾ ਜੀਵਨ ਦੇ ਵਿੱਚ। ਮਹਾਰਾਜ ਦੀ ਅੱਜ ਵਿਚਾਰ ਇਹ ਆ, ਜਿਸ ਦਿਨ ਅੰਦਰੋਂ ਉਹ ਜਿਹੜੇ ਹੋਰ ਫੁਰਨੇ ਨੇ ਨਿਕਲ ਗਏ ਨਾ, ਖਤਮ ਹੋ ਗਏ, ਉਸ ਦਿਨ ਫਿਰ ਗੁਰੂ ਦਾ ਸ਼ਬਦ ਅੰਦਰ ਵਸਣਾ ਸ਼ੁਰੂ ਹੋਊਗਾ। ਜੇ ਪਹਿਲੀ ਭਰਿਆ ਪਿਆ ਨਾ, ਉਹਦੇ ਭਾਵ ਇੱਕ ਬਰਤਨ ਭਰਿਆ ਪਿਆ, ਉਹਦੇ ਵਿੱਚ ਜੇ ਕੁਛ ਹੋਰ ਪਾਉਣਾ, ਇਹ ਤਾਂ ਨਹੀਂ ਵੀ ਉਹਦੇ ਵਿੱਚ ਹੋਰ ਪੈ ਜੂ, ਏਦਾਂ ਹੀ ਉਹਨੂੰ ਖਾਲੀ ਕਰਨਾ ਪੈਣਾ ਨਾ। ਖਾਲੀ ਕਰਾਂਗੇ ਤਾਂ ਉਹ ਪੈਂਦਾ ਜਾਊਗਾ। ਹੁਣ ਇੱਕਦਮ ਨਿਕਲਦਾ ਵੀ ਨਹੀਂ। ਇੱਕ ਹੋਰ ਤਰੀਕਾ ਹੈ, ਉਹਦੇ ਵਿੱਚ ਪਾਉਂਦੇ ਜਾਓ ਉੱਪਰ ਦੀ ਡੁੱਲਦਾ ਜਾਊ, ਭਾਵ ਚੰਗੀਆਂ ਵਿਚਾਰਾਂ ਅੰਦਰ ਪੈਂਦੀਆਂ ਜਾਣ, ਮਾੜੀਆਂ ਜਿਹੜੀਆਂ ਨੇ ਨਿਕਲਦੀਆਂ ਜਾਣਗੀਆਂ ਉਸ ਬਰਤਨ ਵਾਂਗ। ਇਸ ਤਰ੍ਹਾਂ ਯਤਨ ਕਰੀਏ ਗੁਰੂ ਦੇ ਬਚਨ ਅੰਦਰ ਵਸ ਜਾਣ, ਘਰ ਬਣ ਜੇ ਮਹਾਰਾਜ ਦੇ ਬਚਨਾਂ ਦਾ, ਤੇ ਸਾਡਾ ਜੀਵਨ ਚੇਂਜ ਹੋ ਜਾਏ, ਅਸੀਂ ਸੁੱਧ ਸਰੂਪ ਹੋ ਜਾਏ। ਕਰਮਾਂ ਤੋਂ, ਬਚਨਾਂ ਤੋਂ, ਆਪਣੇ ਮਨ ਤੋਂ ਕਦੇ ਵੀ ਮਾੜੇ ਖਿਆਲਾਤ ਅੰਦਰ ਪੈਦਾ ਨਾ ਕਰੀਏ, ਜਿਹਦੇ ਨਾਲ ਜੀਵਨ ਨਰਕ ਬਣਨਾ। ਇੱਥੇ ਆਇਆਂ ਦਾ ਸਰਾਪ ਲੱਗ ਜਾਣਾ, ਜੀਵਨ ਵਰਦਾਨ ਬਣੇ, ਉਹ ਬਣਨਾ ਗੁਰੂ ਦੇ ਬਚਨਾਂ ਨਾਲ, ਸਰਾਪ ਨਾ ਬਣੇ, ਪਾਪਾਂ ਦੇ ਭਾਗੀ ਨਾ ਬਣੀਏ। ਐਸਾ ਯਤਨ ਕਰੀਏ ਕਿ ਗੁਰੂ ਦੇ ਚਰਨਾਂ 'ਚ ਅਸੀਂ ਜੁੜ ਜਾਈਏ, ਗੁਰੂ ਦਾ ਸ਼ਬਦ ਸਾਡੇ ਅੰਦਰ ਵਸ ਜਾਏ, ਜੀਵਨ ਸੁੱਧ ਸਰੂਪ ਹੋ ਜਾਏ, ਜਿਉਣਾ ਆ ਜਾਏ ਜੀ। ਆਓ ਭੁੱਲਾਂ ਤੋਂ ਖਿਮਾ, ਇੱਥੇ ਸਮਾਪਤੀ ਹੈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਏ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।